ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਡਾਕਟਰ ਹੈਪੀ। ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਹੈਪੀ ਬਾਂਸਲ ਪੰਜਾਬੀ ਯੂਨੀਵਰਸਿਟੀ 'ਤੇ। ਦੋਸਤੋ, ਅੱਜ ਦੀ ਵੀਡੀਓ ਵਿੱਚ ਤੁਹਾਨੂੰ ਜਾਣਕਾਰੀ ਦਿੱਤੀ ਜਾਏਗੀ ਪ੍ਰਸਿੱਧ ਕਹਾਣੀਕਾਰ ਡਾਕਟਰ ਪ੍ਰੇਮ ਪ੍ਰਕਾਸ਼ ਦੀ ਲਿਖੀ ਕਹਾਣੀ ਘਰ ਦੇ ਵਿਸ਼ਾ ਪੱਖ ਸੰਬੰਧੀ। ਸ਼ੁਰੂ ਕਰਦੇ ਹਾਂ ਦੋਸਤੋ। ਪ੍ਰੇਮ ਪ੍ਰਕਾਸ਼ ਪੰਜਾਬੀ ਕਹਾਣੀ ਨੂੰ ਨਵੀਂ ਦਿਸ਼ਾ ਦੇਣ ਵਾਲਾ ਕਹਾਣੀਕਾਰ ਹੈ। ਉਸ ਦੀ ਕਹਾਣੀ ਰਚਨਾ ਨਾਲ ਪੰਜਾਬੀ ਕਹਾਣੀ ਵਿਚਾਰਧਾਰਕ ਅਤੇ ਕਲਾਤਮਕ ਪਰਿਪੇਖ ਤੋਂ ਵੰਨ-ਸੁਵੰਨਤਾ ਵੱਲ ਵੱਧਦੀ ਹੈ। ਇਹੀ ਹੀ ਕਾਰਨ ਹੈ ਕਿ ਉਸ ਦੀ ਕਹਾਣੀ ਵਿਉਂਤ ਦੇ ਤਜਰਬੇ ਸਫਲ ਹਨ। ਪ੍ਰੇਮ ਪ੍ਰਕਾਸ਼ ਦਾ ਜਨਮ 7 ਅਪ੍ਰੈਲ 1932 ਨੂੰ ਹੋਇਆ। ਉਹ ਲੁਧਿਆਣੇ ਜ਼ਿਲ੍ਹੇ ਦੀ ਖੰਨਾ ਤਹਿਸੀਲ ਦਾ ਜੰਮਪਲ ਹੈ। ਉਸ ਦੇ ਕਹਾਣੀ ਸੰਗ੍ਰਹਿਾਂ ਵਿੱਚ ਕੱਚ-ਕੜੇ 1966, ਨਮਾਜੀ 1971, ਮੁਕਤੀ 1980, ਸ਼ਵੇਤਾਂਬਰ ਨੇ ਕਿਹਾ ਸੀ 1983, ਕੁਝ ਅਣਕਿਹਾ ਵੀ 1990, ਰੰਗਮੰਚ ਤੇ ਭਿਕਸ਼ੂ 1995, ਸੁਣਦਿਆਂ ਖਲੀਫਾ 2001, ਪ੍ਰੇਮ ਕਹਾਣੀਆਂ 1985, ਪ੍ਰੇਮ ਪ੍ਰਕਾਸ਼ ਦੀਆਂ 94ਵੀਆਂ ਕਹਾਣੀਆਂ 1993, ਡੈਡਲਾਈਨ ਤੇ ਹੋਰ ਕਹਾਣੀਆਂ 2001 ਦੀ ਰਚਨਾ ਕੀਤੀ। ਇਸ ਤੋਂ ਇਲਾਵਾ ਉਸਨੇ ਹੋਰ ਸਾਹਿਤਕ ਰੂਪਾਂ, ਨਾਵਲ, ਸਵੈ ਜੀਵਨੀ ਤੇ ਵੀ ਕਲਮ ਅਜ਼ਮਾਈ। ਡਾਕਟਰ ਪ੍ਰਕਾਸ਼ ਨੇ ਕਿਤਾਬਾਂ ਦਾ ਅਨੁਵਾਦ ਤੇ ਸੰਪਾਦਨ ਵੀ ਕੀਤਾ। ਉਸਨੇ ਰੋਜ਼ਾਨਾ ਉਰਦੂ ਅਖਬਾਰ ਮਿਲਾਪ ਤੇ ਹਿੰਦ ਸਮਾਚਾਰ ਵਿੱਚ ਸਬ ਐਡੀਟਰ ਵਜੋਂ ਸੇਵਾ ਨਿਭਾਈ ਅਤੇ ਪੰਜਾਬੀ ਤ੍ਰੈਮਾਸਿਕ ਰਸਾਲੇ ਲਕੀਰ ਦਾ ਸੰਪਾਦਨ ਕੀਤਾ। ਸੰਨ 1992 ਵਿੱਚ ਉਸ ਨੂੰ ਕਹਾਣੀ ਸੰਗ੍ਰਹਿ ਕੁਝ ਅਣਕਿਹਾ ਵੀ ਤੇ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਤੇ ਕਈ ਹੋਰ ਪੁਰਸਕਾਰ ਵੀ ਮਿਲੇ। ਪ੍ਰੇਮ ਪ੍ਰਕਾਸ਼ ਦੀਆਂ ਕਹਾਣੀਆਂ ਦੀ ਵਿਲੱਖਣਤਾ ਇਹ ਹੈ ਕਿ ਉਹ ਕਹਾਣੀਆਂ ਰਾਹੀਂ ਮਨੁੱਖੀ ਆਚਾਰ ਵਿਵਹਾਰ ਦੇ ਬਹੁਪਰਤੀ ਅਤੇ ਬਹੁ-ਦਿਸ਼ਾਵੀ ਸਰੂਪ ਦੀ ਪੇਸ਼ਕਾਰੀ ਕਰਦਾ ਹੈ। ਉਸ ਦੀਆਂ ਕਹਾਣੀਆਂ ਅਜਿਹੇ ਮਨੁੱਖ ਦੇ ਮਨੋ-ਸਮਾਜਿਕ ਵਿਵਹਾਰ ਨੂੰ ਰੂਪਮਾਨ ਕਰਦੀਆਂ ਹਨ ਜਿਸ ਦਾ ਬਾਹਰੀ ਅਤੇ ਸੁਚੇਤ ਵਿਵਹਾਰ ਵੱਖਰਾ ਹੁੰਦਾ ਹੈ। ਇਸੇ ਤਰ੍ਹਾਂ ਹੀ ਅਸਲੀ ਅਤੇ ਅਚੇਤ ਵਿਵਹਾਰ ਵੱਖਰਾ ਹੁੰਦਾ ਹੈ। ਉਸ ਨੇ ਆਪਣੀਆਂ ਕਹਾਣੀਆਂ ਵਿੱਚ ਵਿਭਿੰਨ ਵਿਸ਼ਿਆਂ, ਕਾਮੁਕਤਾ, ਸਮਾਜਿਕਤਾ, ਦਹਿਸ਼ਤਗਰਦੀ ਅਤੇ ਪ੍ਰੇਮ ਕਥਾ ਆਦਿ ਨੂੰ ਛੂਹਿਆ ਹੈ। ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਪ੍ਰੇਮ ਪ੍ਰਕਾਸ਼ ਦੀਆਂ ਕਹਾਣੀਆਂ ਵਿਲੱਖਣ ਕਥਾ ਸ਼ੈਲੀ ਦੀ ਸਿਰਜਣਾ ਕਰਦੀਆਂ ਹਨ। ਪ੍ਰੇਮ ਪ੍ਰਕਾਸ਼ ਦੀ ਕਹਾਣੀ ਘਰ ਬੜੀ ਮਹੱਤਵਪੂਰਨ ਕਹਾਣੀ ਹੈ। ਤਕਨੀਕੀ ਪੱਖ ਤੋਂ ਇਹ ਕਹਾਣੀ ਇੱਕ ਖੱਤ ਦੇ ਰੂਪ ਵਿੱਚ ਪੇਸ਼ ਹੁੰਦੀ ਹੈ। ਇਸ ਕਹਾਣੀ ਦਾ ਵਿਸ਼ਾ ਔਰਤ ਪਛਾਣ ਦੇ ਸਮਾਜਿਕ, ਮਾਨਸਿਕ ਅਤੇ ਅਸਤਿਤਵੀ ਸੰਦਰਭਾਂ, ਸਰੋਕਾਰਾਂ ਅਤੇ ਪਾਸਾਰਾਂ ਨੂੰ ਪੇਸ਼ ਕਰਕੇ ਉਸ ਦੇ ਸੁਪਨਿਆਂ, ਹਕੀਕਤਾਂ ਅਤੇ ਵਿਡੰਬਨਾਵਾਂ ਦੀ ਅਸਲੀਅਤ ਦੇ ਰੂਬਰੂ ਹੋਣਾ ਹੈ। ਇਹ ਕਹਾਣੀ ਪਰੰਪਰਾ ਅਤੇ ਨਵੀਨਤਾ ਨੂੰ ਸਮਾਨਾਂਤਰ ਰੂਪ ਵਿੱਚ ਪੇਸ਼ ਕਰਕੇ ਔਰਤ ਦੀ ਹੋਂਦ ਅਤੇ ਘਰ ਦੇ ਆਪਸੀ ਰਿਸ਼ਤੇ ਦੀ ਰੂਪ-ਰੇਖਾ ਉਲੀਕਦੀ ਹੈ। ਅਸਲ ਸਮੱਸਿਆ ਘਰ ਵਿੱਚ ਵਸੇਬੇ ਅਤੇ ਘਰ ਦੇ ਸੁਪਨੇ ਦੀ ਹੈ। ਪਰੰਪਰਾ ਔਰਤ ਲਈ ਘਰ ਦੇ ਰੂਪ ਵਿੱਚ ਮੁਹੱਈਆ ਕਰਦੀ ਹੈ ਅਤੇ ਨਵੀਨਤਾ ਸੁਪਨੇ ਦੇ ਰੂਪ ਵਿੱਚ। ਔਰਤ ਅਜਿਹੇ ਸੁਪਨਮਈ ਘਰ ਦੀ ਕਲਪਨਾ ਕਰਦੀ ਹੈ ਜਿੱਥੇ ਉਸ ਲਈ ਕਿਸੇ ਕਿਸਮ ਦੇ ਬੰਧਨ, ਪਾਬੰਦੀਆਂ ਨਾ ਹੋਣ ਤੇ ਉਸ ਦੀ ਮਾਨਸਿਕਤਾ ਤੇ ਅਸਤਿਤਵ ਨੂੰ ਪਹਿਚਾਣ ਮਿਲ ਸਕੇ। ਪਰ ਘਰ ਸਮੂਹਿਕ ਸੰਸਥਾ ਹੋਣ ਕਾਰਨ ਇਸ ਵਿੱਚ ਵਿਅਕਤੀਮੂਲਕ ਸੁਪਨਿਆਂ ਦੇ ਸੱਚ ਹੋਣ ਦੀਆਂ ਉਨੀਆਂ ਸੰਭਾਵਨਾਵਾਂ ਨਹੀਂ ਹੁੰਦੀਆਂ। ਇਹੀ ਕਾਰਨ ਹੈ ਕਿ ਘਰ ਕਹਾਣੀ ਦੀ ਨਾਇਕਾ ਰੀਟਾ ਕੌਸ਼ਲ ਦੁਨਿਆਵੀ ਸੁੱਖਾਂ ਦੀ ਪ੍ਰਾਪਤੀ ਹਿੱਤ ਆਪਣੇ ਕਾਲਪਨਿਕ ਸੁੱਖਾਂ ਅਤੇ ਪਹਿਚਾਣ ਤੋਂ ਵਾਂਝੀ ਰਹਿ ਜਾਂਦੀ ਹੈ। ਇਹਨਾਂ ਸਰੋਕਾਰਾਂ ਨੂੰ ਪੇਸ਼ ਕਰਦੀ ਕਹਾਣੀ ਕੁਝ ਇਸ ਤਰ੍ਹਾਂ ਹੈ। ਰੀਟਾ ਆਪਣੀ ਫਰੈਂਡ ਸੁਸ਼ਮਾ ਨੂੰ ਖੱਤ ਲਿਖਦੀ ਹੋਈ ਦੱਸਦੀ ਹੈ ਕਿ ਕਹਾਣੀ ਲਿਖਣੀ ਤਾਂ ਉਸਨੇ ਕਾਲਜ ਦੌਰਾਨ ਹੀ ਬੰਦ ਕਰ ਦਿੱਤੀ ਸੀ, ਪਰ ਉਹ ਉਸਦੇ ਲਗਾਤਾਰ ਦੂਜੀ ਤੇ ਫਿਰ ਤੀਜੀ ਚਿੱਠੀ ਆਉਣ ਕਾਰਨ ਸੋਚਦੀ ਹੈ ਕਿ ਸਭ ਕੁਝ ਲਿਖ ਦੇਵੇ। ਚਿੱਠੀ ਵਿੱਚ ਸੁਸ਼ਮਾ ਨੇ ਦੱਸਿਆ ਸੀ ਕਿ ਉਹ ਜੋ ਚਾਹੁੰਦੀ ਸੀ ਉਹ ਨਹੀਂ ਮਿਲ ਸਕਿਆ, ਇਸ ਕਰਕੇ ਦੁਖੀ ਹੈ। ਪਰ ਰੀਟਾ ਉਸ ਨੂੰ ਦੱਸਦੀ ਹੈ ਕਿ ਉਹ ਇਸ ਲਈ ਦੁਖੀ ਹੈ ਕਿਉਂਕਿ ਜੋ ਉਸਨੇ ਚਾਹਿਆ ਸੀ ਉਹ ਸਭ ਉਸਨੂੰ ਮਿਲ ਗਿਆ ਤੇ ਹੁਣ ਪਛਤਾਉਂਦੀ ਹੈ ਕਿ ਅਜਿਹਾ ਉਸਨੇ ਕਿਉਂ ਚਾਹਿਆ।
ਰੀਟਾ ਆਪਣੀ ਜ਼ਿੰਦਗੀ ਦੇ ਸੁਖਾਲੇ ਹੋਣ ਬਾਰੇ ਦੱਸਦੀ ਹੈ ਕਿ ਉਸ ਦਾ ਪਤੀ SDO ਹੈ, ਜੋ ਕਿ ਸਾਊ, ਸਾਦਾ, ਇਮਾਨਦਾਰ ਤੇ ਆਪਣੇ ਆਪ ਵਿੱਚ ਮਸਤ ਰਹਿਣ ਵਾਲਾ ਹੈ। ਉਸ ਦੇ 2 ਬੇਟੇ ਹਨ, ਵਿੱਕੀ ਤੇ ਮਿੱਕੀ, ਜੋ ਉਸ ਦੀ ਹਰ ਗੱਲ ਮੰਨਦੇ ਹਨ। ਇਹਨਾਂ ਤੋਂ ਵੱਡੀ ਲੜਕੀ ਸਿੰਮੀ ਕਾਲਜ 'ਚ ਪੜ੍ਹਦੀ ਹੈ, ਜੋ ਹੋਸਟਲਰ ਹੈ। ਸ਼ਹਿਰ ਦੀ ਸਭ ਤੋਂ ਵਧੀਆ ਬਸਤੀ ਵਿੱਚ ਉਹਨਾਂ ਦਾ ਆਪਣਾ ਮਕਾਨ ਹੈ। ਉਸ ਨੂੰ ਸਭ ਕੁਝ ਤਾਂ ਮਿਲ ਹੀ ਗਿਆ ਹੈ, ਪਰ ਉਹ ਬੀਤ ਚੁੱਕੇ ਤੇ ਆਉਣ ਵਾਲੇ ਸਮੇਂ ਦੇ ਚੱਕਰ ਵਿੱਚ ਹੀ ਫਸੀ ਹੋਈ ਹੈ, ਜੋ ਕਿ ਪਿਛਲੇ 4 ਕੁ ਸਾਲਾਂ ਤੋਂ ਸ਼ੁਰੂ ਹੋਇਆ। 35 ਵਰ੍ਹਿਆਂ ਦੀ ਉਮਰ ਹੋ ਜਾਣ ਤੇ ਉਸ ਦੇ ਵਾਲ ਸਫੈਦ ਹੋਣ ਲੱਗ ਪਏ ਤੇ ਕਮਰ ਵੀ ਝੁਕਣ ਲੱਗ ਪਈ। ਅਜੇ ਵੀ ਉਹ ਸਿਹਤਮੰਦ ਹੀ ਲੱਗਦੀ ਸੀ, ਪਰ ਉਸ ਦਾ ਅੰਦਰਲਾ ਮਨ ਖੁਰਦਾ ਜਾਂਦਾ ਹੈ। ਉਸ ਨੇ ਸੁਸ਼ਮਾ ਦੁਆਰਾ ਲਿਖੇ 4 ਹੀ ਨਾਵਾਂ ਰੀਟਾ ਕੌਸ਼ਲ, ਰੀਟਾ ਸੁਹੇਲ ਸਿੰਘ ਭੁੱਲਰ ਤੇ ਮਿਸਿਜ਼ ਭੁੱਲਰ ਨੂੰ ਸਵੀਕਾਰਿਆ ਹੈ। ਰੀਟਾ ਦੱਸਦੀ ਹੈ ਕਿ ਉਸ ਦਾ ਪਤੀ ਰਾਤੀ ਲੇਟ ਆ ਕੇ ਸ਼ਰਾਬ ਪੀ ਕੇ ਘੋੜੇ ਵੇਚ ਕੇ ਸੌਂ ਜਾਂਦਾ, ਪਰ ਉਸ ਨੂੰ ਨੀਂਦ ਨਹੀਂ ਆਉਂਦੀ। ਇਸ ਦਾ ਕਾਰਨ ਇਹ ਨਹੀਂ ਕਿ ਉਸ ਨੂੰ ਕੋਈ ਬਿਮਾਰੀ ਲੱਗੀ ਹੈ, ਸਗੋਂ ਉਸ ਦੀ ਅਜੀਬ ਜਿਹੀ ਅਵਸਥਾ ਹੈ ਜੋ ਦਿਨ ਦੇ ਢਲਣ ਨਾਲ ਹੀ ਆਰੰਭ ਹੋ ਜਾਂਦੀ ਹੈ। ਫਿਰ ਉਸ ਦਾ ਆਪਣੇ ਦਿਮਾਗ, ਮਨ ਤੇ ਸਰੀਰ 'ਤੇ ਕੋਈ ਕੰਟਰੋਲ ਨਹੀਂ ਰਹਿੰਦਾ। ਦਿਮਾਗ ਕਹਿੰਦਾ ਕੁਝ ਹੋਰ ਹੈ ਤੇ ਸਰੀਰ ਕੁਝ ਹੋਰ ਕਰਦਾ ਹੈ। ਆਪਣੀ ਅਜਿਹੀ ਅਵਸਥਾ ਨੂੰ ਰੀਟਾ ਆਪਣੇ ਪਿਤਾ ਤੇ ਮਾਂ ਦੀ ਮੌਤ ਨਾਲ ਜੋੜਦੀ ਹੈ। ਇਸੇ ਤਰ੍ਹਾਂ ਉਹ ਪੇਕਿਆਂ ਦੇ ਬੱਧਨੀ ਕਲਾ ਦੇ ਘਰ ਨੂੰ ਵੀ ਯਾਦ ਕਰਦੀ ਹੈ, ਜੋ ਹਮੇਸ਼ਾ ਲਈ ਉਸ ਤੋਂ ਛੁੱਟ ਜਾਂਦਾ ਹੈ। ਉਸ ਨੂੰ ਯਾਦ ਹੈ ਕਿ ਉਸ ਦੇ ਪਿਤਾ ਜੀ ਸਵੇਰੇ ਉੱਠ ਕੇ ਨਹਾ ਧੋ ਕੇ ਠਾਕੁਰ ਪੂਜਦੇ ਤੇ ਉਸ ਦੀ ਮਾਂ ਤੁਲਸੀ ਦੀ ਪੂਜਾ ਕਰਦੀ, ਪਰ ਰੀਟਾ ਨੂੰ ਉਹਨਾਂ ਦੁਆਰਾ ਕੀਤੇ ਜਾਂਦੇ ਵਰਤ, ਵਹਿਮ ਭਰਮ, ਮੱਥਾ ਟੇਕਣਾ ਤੇ ਹੋਰ ਰੀਤੀ ਰਿਵਾਜ ਚੰਗੇ ਨਹੀਂ ਲੱਗਦੇ ਸੀ ਤੇ ਉਹ ਇਹਨਾਂ ਦਾ ਹਿੱਸਾ ਨਾ ਬਣਦੀ ਹੋਈ ਕਾਲਜ ਚਲੀ ਜਾਂਦੀ ਸੀ। ਉਸ ਦੇ ਮਾਤਾ ਪਿਤਾ ਉਸ ਨੂੰ ਪੜ੍ਹਾਉਣਾ ਨਹੀਂ ਚਾਹੁੰਦੇ ਸੀ, ਪਰ ਮਾਮਾ ਜੀ ਦੇ ਜ਼ੋਰ ਪਾਉਣ ਤੇ ਸਕਾਲਰਸ਼ਿਪ ਸਦਕਾ ਉਸ ਦਾ ਦਾਖਲਾ ਹੋ ਜਾਂਦਾ ਹੈ। ਉਹ ਆਪਣੇ ਹੋਸਟਲ ਦਾ ਖਰਚ ਪੂਰਾ ਕਰਨ ਲਈ ਟਿਊਸ਼ਨਾਂ ਕਰਦੀ ਸੀ, ਕਿਉਂਕਿ ਉਹ ਪਿੰਡ ਨਹੀਂ ਜਾਣਾ ਚਾਹੁੰਦੀ ਸੀ। ਰੀਟਾ ਦੇ ਨਾਸਤਿਕਪਣੇ ਨੂੰ ਦੇਖ ਕੇ ਉਸ ਦੀ ਮਾਂ ਕਿਹਾ ਕਰਦੀ ਸੀ, ਚੰਗੀ ਸੰਤਾਨ ਪਾਪੀ ਮਾਂ-ਬਾਪ ਨੂੰ ਨਰਕ 'ਚੋਂ ਕੱਢ ਕੇ ਸੁਰਗ 'ਚ ਲੈ ਜਾਂਦੀ ਹੈ, ਪਰ ਮਾੜੀ ਸੰਤਾਨ 7 ਕੁਲਾਂ ਨੂੰ ਡੁਬੋ ਦਿੰਦੀ ਹੈ। ਭੁੱਲਰ ਸਾਹਿਬ ਨਾਲ ਵਿਆਹ ਕਰਾਉਣ ਦਾ ਰੀਟਾ ਦਾ ਆਪਣਾ ਫੈਸਲਾ ਸੀ, ਪਰ ਉਸਨੇ ਇਹ ਸੋਚਿਆ ਵੀ ਨਹੀਂ ਸੀ ਕਿ ਉਸ ਦੇ ਇਸ ਫੈਸਲੇ ਦਾ ਨਤੀਜਾ ਕਿਹੋ ਜਿਹਾ ਹੋਵੇਗਾ। ਆਖਰਕਾਰ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਉਦੋਂ ਹੋਇਆ ਜਦੋਂ ਉਸਨੇ ਰਾਮਪੁਰ ਜਾ ਕੇ ਸਹੁਰਾ ਘਰ ਦੇਖਿਆ। ਬੇਸ਼ੱਕ ਉਸ ਨੇ ਸਿਰ ਢੱਕ ਕੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ, ਪਰ ਸਾਰੇ ਹੀ ਉਸ ਵੱਲ ਇਸ ਤਰ੍ਹਾਂ ਦੇਖ ਰਹੇ ਸੀ ਜਿਵੇਂ ਉਹ ਚਿੜੀਆ ਘਰ 'ਚੋਂ ਭੱਜ ਕੇ ਆਇਆ ਕੋਈ ਜਾਨਵਰ ਹੋਵੇ। ਇੱਥੋਂ ਤੱਕ ਕਿ ਉਸ ਦੀ ਸੱਸ ਪੁੱਛਦੀ ਹੈ, ਤੁਹਾਡੇ ਪਿੰਡ ਪੈਰੀ ਹੱਥ ਲਾਉਣ ਦਾ ਰਿਵਾਜ਼ ਨਹੀਂ? ਫਿਰ ਸਹੁਰਾ ਹੱਸ ਕੇ ਕਹਿੰਦਾ ਹੈ, ਇਹ ਤਾਂ ਸਾਡੇ ਘੁੰਡ ਕਢਾ ਕੇ ਛੱਡੋ। ਅਜਿਹੀਆਂ ਗੱਲਾਂ ਨੇ ਉਸ ਦਾ ਮਨ ਕੁੜੱਤਣ ਨਾਲ ਭਰ ਦਿੱਤਾ। ਰੀਟਾ ਨੂੰ ਰਾਤ ਨੂੰ ਲੱਗਦਾ ਜਿਵੇਂ ਇਹ ਘਰ ਭੂਤਾਂ ਦਾ ਵਾਸਾ ਹੋਵੇ। ਤਿੰਨੋਂ ਭਰਾ ਸ਼ਰਾਬ ਪੀ ਕੇ ਅਸਭ्य ਗੱਲਾਂ ਕਰਦੇ ਰਹਿੰਦੇ ਤੇ ਬੁੱਢੀ ਬੇਸ਼ਰਮਾ ਦੀ ਤਰ੍ਹਾਂ ਖਿੜ-ਖਿੜ ਹੱਸਦੀ ਰਹਿੰਦੀ। ਅਜਿਹੀ ਸਥਿਤੀ ਵਿੱਚ ਰੀਟਾ ਕਿੰਨੀ ਰਾਤ ਤੱਕ ਆਪਣੀ ਗਲਤੀ ਤੇ ਬੇਵਸੀ ਉੱਪਰ ਰੋਂਦੀ ਰਹਿੰਦੀ। ਜਦੋਂ ਰੀਟਾ ਡਿਪਾਰਟਮੈਂਟ ਆਫ ਟੂਰਿਜ਼ਮ ਵਿੱਚ ਰਿਸੈਪਸ਼ਨਿਸਟ ਬਣ ਜਾਂਦੀ ਹੈ ਤਾਂ ਉਸ ਦਾ ਪਤੀ ਭੁੱਲਰ ਦਫ਼ਤਰ ਵਿੱਚ ਉਸ ਨੂੰ ਦੇਖਣ ਜਾਂਦਾ। ਰੀਟਾ ਕਦੀ-ਕਦੀ ਵਿਦੇਸ਼ੀਆਂ ਨਾਲ ਪਿੰਜੌਰ ਗਾਰਡਨ ਚਲੀ ਜਾਂਦੀ ਤੇ ਜਦੋਂ ਰਾਤ ਨੂੰ ਦੇਰ ਨਾਲ ਘਰ ਆਉਂਦੀ ਤਾਂ ਘਰ ਦੀ ਹਰ ਚੀਜ਼ ਉਸ ਨੂੰ ਖਿਜੀ-ਖਿਜੀ ਲੱਗਦੀ। ਫਿਰ ਉਹ ਸੋਚਦੀ ਕਿ ਉਹ ਘਰ-ਬਾਰ, ਮਾਂ-ਪਿਓ ਤੇ ਆਪਣਾ ਧਰਮ ਛੱਡ ਕੇ ਇਸ ਆਦਮੀ ਨਾਲ ਤੁਰੀ ਸੀ। ਹਾਲੇ ਤਾਂ ਸਫ਼ਰ ਸ਼ੁਰੂ ਹੀ ਹੋਇਆ, ਅੱਧ ਤੱਕ ਕੀ ਬਣੂ? ਇਹ ਸੋਚਾਂ ਸੋਚਦੀ ਰੀਟਾ ਨੂੰ ਆਪਣੇ ਆਪ 'ਤੇ ਖਿਝ ਆਉਂਦੀ। ਸਿੰਮੀ ਦਾ ਜਨਮ ਹੋਣ 'ਤੇ ਰੀਟਾ ਨੌਕਰੀ ਛੱਡ ਦਿੰਦੀ ਹੈ। ਉੱਪਰੋਂ ਉਸਦੇ ਪਿਤਾ ਜੀ ਦੇ ਦੇਹਾਂਤ ਦੀ ਖਬਰ ਆਉਂਦੀ ਹੈ ਤਾਂ ਉਹ ਪਿੰਡ ਬੱਧਨੀ ਕਲਾ ਜਾਂਦੀ ਹੈ ਤੇ ਦੇਖਦੀ ਹੈ ਕਿਵੇਂ ਮਾਂ ਨੇ ਰੋ-ਰੋ ਕੇ ਬੁਰਾ ਹਾਲ ਕਰ ਲਿਆ ਹੈ ਤੇ ਭਰਾ ਸੁਰਿੰਦਰ ਨੇ ਤਾਂ ਦੇਖ ਕੇ ਨਜ਼ਰਾਂ ਵੀ ਝੁਕਾ ਲਈਆਂ। ਉਸਨੇ ਪਤੀ ਭੁੱਲਰ ਨੂੰ ਵੀ ਕੋਈ ਮਾਣ ਇੱਜ਼ਤ ਨਹੀਂ ਮਿਲਿਆ। ਹੁਣ ਉਹ ਸੋਚਣ ਲੱਗੀ ਕਿ ਉਸ ਦੀ ਮਾਂ ਵੀ ਇਸ ਦੁਨੀਆ ਤੋਂ ਚਲੀ ਜਾਵੇ ਤਾਂ ਜੋ ਇਸ ਘਰ ਨਾਲੋਂ ਰਿਸ਼ਤਾ ਹੀ ਟੁੱਟ ਜਾਵੇ। ਆਖਰ ਉਹ ਵੀ ਟੁੱਟ ਗਿਆ। ਮਾਂ ਦੀ ਮੌਤ ਦੀ ਖਬਰ ਸੁਣ ਕੇ ਜਦੋਂ ਰੀਟਾ ਪੇਕੇ ਘਰ ਜਾਂਦੀ ਹੈ ਤਾਂ ਮਾਂ ਦੀ ਕੋਠੜੀ 'ਚ ਵੜ ਕੇ ਜੀ ਭਰ ਕੇ ਰੋਂਦੀ ਹੈ। ਭਾਬੀ ਉਸ ਦੀਆਂ ਅੱਖਾਂ ਪੂੰਝਦੀ ਹੈ। ਫਿਰ ਉਹ ਘਰ ਦੀਆਂ ਸਾਰੀਆਂ ਚੀਜ਼ਾਂ ਨੂੰ ਧਿਆਨ ਨਾਲ ਦੇਖਦੀ ਹੋਈ ਬੀਤੇ ਸਮੇਂ ਨੂੰ ਯਾਦ ਕਰਦੀ ਹੈ। ਆਖਰੀ ਤੰਦ ਵੀ ਟੁੱਟ ਗਈ।
ਇਹ ਸੋਚਦੀ ਹੋਈ ਘਰ ਦਾ ਵਿਹੜਾ ਲੰਘ ਜਾਂਦੀ ਹੈ। ਫਿਰ ਸਹੁਰੇ ਘਰ ਲੁਧਿਆਣੇ ਵਿੱਚ ਆ ਕੇ ਸੋਚਦੀ ਹੈ ਕਿ ਉਹ ਰੀਟਾ ਕਿੱਥੇ ਗਈ। ਉਹ ਤਾਂ ਹੁਣ ਮਿਸਿਜ਼ ਭੁੱਲਰ ਹੈ। ਉਸ ਦੇ ਬਾਅਦ ਘਰ ਵਿੱਚ ਉਸ ਦੀ ਨਿਸ਼ਾਨੀ ਬਚੇਗੀ ਸਿੰਮੀ, ਜੋ ਕਿਸੇ ਦੀ ਮਿਸਿਜ਼ ਬਣ ਜਾਵੇਗੀ। ਇਸੇ ਤਰ੍ਹਾਂ ਬਿਕਰਮਜੀਤ ਸਿੰਘ ਸਪੁੱਤਰ ਸੁਹੇਲ ਸਿੰਘ ਭੁੱਲਰ ਅਤੇ ਮੁਕੇਸ਼ ਸਿੰਘ ਸਪੁੱਤਰ ਸੁਹੇਲ ਸਿੰਘ ਭੁੱਲਰ, ਉਸ ਨੂੰ ਅਹਿਸਾਸ ਹੁੰਦਾ ਹੈ ਕਿ ਜਿਵੇਂ ਉਹ ਬੱਧਨੀ ਕਲਾ ਤੋਂ ਨਹੀਂ ਆਈ, ਸਗੋਂ ਸੁਹੇਲ ਸਿੰਘ ਕਿੱਧਰੋਂ ਮਸ਼ੀਨ ਲਿਆਇਆ ਸੀ ਬੱਚੇ ਪੈਦਾ ਕਰਨ ਵਾਲੀ, ਜੋ ਆਪਣਾ ਕੰਮ ਕਰਕੇ ਖਤਮ ਹੋ ਗਈ। ਜਦੋਂ ਰੀਟਾ ਨੂੰ ਫੁਰਸਤ ਮਿਲਦੀ ਤਾਂ ਉਸ ਦੇ ਸਾਹਮਣੇ ਉਹ ਘਰ ਹੁੰਦਾ ਜਿੱਥੇ ਪਿਤਾ ਜੀ ਨਹਾ ਧੋ ਕੇ ਪੂਜਾ ਕਰਦੇ, ਮਾਂ ਕੱਤਕ ਨਹਾਉਂਦੀ ਅਤੇ ਗੋਟੇ ਵਾਲੀ ਚੁੰਨੀ ਲੈ ਕੇ ਤੁਲਸੀ ਪੂਜਨ ਕਰਦੀ ਹੋਈ ਆਲੇ ਦੁਆਲੇ ਪਰਿਕਰਮਾ ਕਰਦੀ ਹੋਵੇ। ਉਸ ਦੇ ਪਿਤਾ ਜੀ ਕਹਿੰਦੇ ਹੁੰਦੇ ਸੀ, ਮੰਦਰ ਦੇ ਘੜਿਆਲ, ਸ਼ੰਖ ਅਤੇ ਵੇਦ ਮੰਤਰਾਂ ਦੇ ਉਚਾਰਨ ਦੀ ਧੁਨੀ ਕਦੇ ਕਦੇ ਕੰਨਾਂ ਵਿੱਚ ਪੈ ਜਾਇਆ ਕਰੇ ਤਾਂ ਵੀ ਆਦਮੀ ਕਈ ਪਾਪਾਂ ਤੋਂ ਮੁਕਤ ਹੋ ਜਾਂਦਾ ਹੈ। ਪਰ ਉਹ ਨੌਨਸੈਂਸ ਕਹਿ ਕੇ ਬਾਹਰ ਚਲੀ ਜਾਂਦੀ ਸੀ। ਪਰ ਹੁਣ ਉਹ ਸਮਾਂ ਬੀਤਣ ਮਗਰੋਂ ਇਸ ਅਵਸਥਾ 'ਚ ਬੈਠੀ ਨੂੰ ਜਦ ਕਦੇ ਮੰਦਰ 'ਚੋਂ ਇਹ ਧੁਨੀਆਂ ਸੁਣਾਈ ਦਿੰਦੀਆਂ ਹਨ ਤਾਂ ਇਉਂ ਲੱਗਦਾ ਹੈ ਇਹ ਸੁੱਖ ਦੇਣ ਵਾਲਾ ਸੰਗੀਤ ਹੈ, ਜਿਸ ਨੂੰ ਸੁਣ ਕੇ ਉਸ ਦਾ ਮਨ ਸ਼ਾਂਤ ਹੋ ਜਾਂਦਾ ਅਤੇ ਉਹਨਾਂ ਦੁੱਖਾਂ ਤੋਂ ਮੁਕਤ ਹੋ ਜਾਂਦਾ ਜਿਹੜੇ ਉਸ ਦੀ ਸੋਚ ਦੀ ਭਟਕਣਾ ਤੋਂ ਪਨਪਦੇ ਹਨ। ਉਸ ਦੇ ਪਤੀ ਸੁਹੇਲ ਸਿੰਘ ਭੁੱਲਰ ਦੀ ਜ਼ਿੰਦਗੀ ਦਾ ਮਨੋਰਥ ਕੇਵਲ ਚੰਗਾ ਖਾਣਾ ਪੀਣਾ, ਪਹਿਨਣਾ ਅਤੇ ਦੋਸਤਾਂ ਦੀਆਂ ਮਹਿਫਲਾਂ ਵਿੱਚ ਗੱਪਾਂ ਮਾਰਨਾ ਸੀ। ਪਰ ਕਦੇ ਇਹ ਗੱਲ ਚੰਗੀ ਵੀ ਲੱਗਦੀ ਹੈ ਕਿ ਉਹ ਭੂਤ ਭਵਿੱਖ ਦੀ ਹਰ ਚਿੰਤਾ ਤੋਂ ਮੁਕਤ ਹੈ। ਪਰ ਉਹ ਜਾਨੀ ਕਿ ਰੀਟਾ ਆਪਣੀ ਚਿੰਤਾ ਦਾ ਕੀ ਕਰੇ। ਉਹ ਰੀਟਾ ਕੌਸ਼ਲ ਤੋਂ ਰੀਟਾ ਬਣੀ, ਫਿਰ ਮਿਸਿਜ਼ ਭੁੱਲਰ ਅਤੇ ਫਿਰ ਸਵਾ ਮਿੱਟੀ। ਗੇਟ ਖੜਕਣ ਦੀ ਆਵਾਜ਼ ਤੋਂ ਸੋਚਦੀ ਹੈ ਭੁੱਲਰ ਸਾਹਿਬ ਆ ਗਏ। ਸਕੂਟਰ ਦੀ ਆਵਾਜ਼ ਨਹੀਂ ਆਈ। ਕੋਈ ਦੋਸਤ ਨਾਲ ਹੋਵੇਗਾ, ਚੰਗਾ। ਬਾਕੀ ਫੇਰ ਕਹਿ ਕੇ ਖੱਤ ਨੂੰ ਖ਼ਤਮ ਕਰਦਿਆਂ ਲਿਖਦੀ ਹੈ, ਤੇਰੀ ਰੀਤਾ ਭੁੱਲਰ, ਜਨਵਰੀ 1976। ਦੋਸਤੋ, ਅੱਜ ਦਾ ਟੌਪਿਕ ਵਧੀਆ ਲੱਗਿਆ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਧੰਨਵਾਦ।